ਕਰਕੇ ਸੈਂਟਰਲ ਏਜੰਸੀਜ਼ ਦੀ ਹੈਲਪ ਦੇ ਨਾਲ ਅਜ਼ਰਬੈਜਾਨ ਦੇ ਵਿੱਚ ਉਹਨੂੰ ਡਿਟੇਨ ਕਰਾਇਆ ਹੈ ਤੇ देयर इज़ इनपुट अबाउट अनदर ਅਕਿਊਜ਼ਡ ਜਿਹੜਾ ਪਰਸੂ ਕੀਤਾ ਜਾ ਰਿਹਾ ਹੈ ਤੇ ਇਹ ਜਿਹੜੇ ਅਕਿਊਜ਼ਡ ਹੈਗੇ ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਜਿਹੜਾ ਇਹ ਰਜਿੰਦਰ ਜੋਕਰ ਸੀਗਾ ਇਹ ਪਹਿਲੇ ਤੋਂ ਨੇਪਾਲ ਦੇ ਵਿੱਚ ਸਟੇਸ਼ਨਡ ਸੀ ਸੋ ਹੀ ਵਾਜ਼ ਇਨ ਟੱਚ ਥਰੂ ਗੋਲਡੀ ਬਰਾੜ ਜਿਹੜਾ ਕਿ ਮਾਸਟਰਮਾਈਂਡ ਸੀਗਾ ਮਰਡਰ ਦਾ ਹੀ ਵਾਜ਼ ਆਲਸੋ ਮਾਸਟਰਮਾਈਂਡ ਆਫ देयर एस्केप प्लान ਸੋ ਮੋਸਟਲੀ ਮੁੰਡੀ ਤੇ ਕਪਿਲ ਇਕੱਠੇ ਰਹੇ ਹੈਗੇ ਤੇ ਦੇ ਹੈਵ ਸ਼ਿਫਟਡ ਬੇਸ ਹਰਿਆਣਾ ਰਾਜਸਥਾਨ यूपी तो होंदे हुए दे रीच्ड वेस्ट बंगाल इन्हां दी प्लैनिंग सीगी कि नेपाल दे थ्रू इन्हां नूं ਇਹ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਹਾਨੂੰ ਦੁਬਈ ਦੇ ਵਿੱਚ ਫੇਕ ਪਾਸਪੋਰਟਸ ਤੇ ਸੈਟਲ ਕਰਾ ਦਾਂਗੇ ਤੇ ਨੇਪਾਲ ਤੋਂ ਥਰੂ ਆਈਦਰ ਲੈਂਡ ਰੂਟ ਯੂਜ਼ਿੰਗ ਭੂਟਾਨ ਤੇ ਉਸ ਤੋਂ ਬਾਅਦ ਮਿਆਂਮਾਰ ਥਾਈਲੈਂਡ ਜਾਂਦਾ ਜਾਂ ਜੇ ਇਹਨਾਂ ਨੂੰ ਫੇਕ ਪਾਸਪੋਰਟ ਡਿਲੀਵਰ ਹੋ ਜਾਂਦੇ ਨੇਪਾਲ ਦੇ ਵਿੱਚ ਤੇ ਕਠਮੰਡੂ ਤੋਂ ਫਲਾਈਟ ਫੜ ਕੇ ਬੈਂਕਾਕ ਤੇ ਫਿਰ ਦੁਬਈ ਐਸਕੇਪ ਦਾ ਪਲਾਨ ਸੀਗਾ ਤੇ ਇੰਟਰੋਗੇਸ਼ਨ ਦੇ ਵਿੱਚ ਹਾਲੇ ਪ੍ਰੀਲਿਮਿਨਰੀ ਸਟੇਜ ਤੇ ਇਹ ਵੀ ਗੱਲ ਆਈ ਹੈ ਜਿਹੜੀ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਨੇ ਅਪਰੋਚ ਕੀਤਾ ਸੀਗਾ ਥਰੂ ਸੰਪਤ ਨੇਹਰਾ ਐਂਡ ਗੋਲਡੀ ਬਰਾੜ ਕਿ ਸਲਮਾਨ ਖਾਨ ਨੂੰ ਟਾਰਗੇਟ ਕਰਨ ਲਈ ਤੇ ਅਲੋਂਗ ਵਿਦ ਸਚਿਨ ਬਿਸ਼ਨੋਈ ਐਂਡ ਸੰਤੋਸ਼ ਯਾਦਵ ਜਿਹੜਾ ਸ਼ੂਟਰ ਮਹਾਰਾਸ਼ਟਰ ਫੜਿਆ ਗਿਆ ਸੀਗਾ ਤੋ ਇਹਨਾਂ ਨੇ ਕਾਫੀ ਇਲੈਬੋਰੇਟ ਰੈਕੀ ਕੀਤੀ ਸੀਗੀ ਐਂਡ ਦੇ ਸਪੈਂਟ ਅ ਲੋਟ ਆਫ ਟਾਈਮ ਇਨ ਮੁੰਬਈ ਤੋ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹ ਐਂਗਲ ਵੀ ਵੈਰੀਫਾਈ ਕਰ ਲਾਂਗੇ ਤੇ ਇਹ ਜਿਹੜਾ ਸ਼ੁਭਦੀਪ ਮਰਡਰ ਕੇਸ ਹੈਗਾ ਸਾਇੰਟੀਫਿਕ ਤਰੀਕੇ ਨਾਲ ਸਾਰਿਆਂ ਦੇ ਕੋਆਪਰੇਸ਼ਨ ਨਾਲ ਫਰੋਮ ਦਾ ਵੈਰੀ ਡੇ ਜਦੋਂ ਇਹ ਕੇਸ ਸ਼ੁਰੂ ਹੋਇਆ ਸੀਗਾ 29 ਮਈ ਦਾ ਇਨਸੀਡੈਂਟ ਹੈਗਾ ਤੋਂ 30 ਮਈ ਨੂੰ ਸਾਨੂੰ ਬ੍ਰੇਕ ਥਰੂ ਮਿਲੀ ਸੀ ਜਿਹੜੀ ਉਹ ਗੱਡੀ ਦੇ ਵਿੱਚ ਜਸਟ ਟੂ ਰਿਕਾਊਂਟ ਕਿ ਜਿਵੇਂ 2 ਸ਼ੂਟਰਸ ਕਰੋਲਾ ਦੇ ਵਿੱਚ ਸੀਗੇ 4 ਸ਼ੂਟਰਸ ਬੋਲੇਰੋ ਦੇ ਵਿੱਚ ਸੀਗੇ ਜਿਹਨੂੰ ਅਸੀਂ ਬੋਲੇਰੋ ਮੋਡਿਊਲ ਤੋਂ ਕਰੋਲਾ ਮੋਡਿਊਲ ਕਹਿੰਦੇ ਕਰੋਲਾ ਮੋਡਿਊਲ ਵਾਲੇ ਜਿਹੜੇ ਸ਼ੂਟਰ ਸੀਗੇ ਉਹ ਜੱਗੂ ਭਗਵਾਨਪੁਰੀਆ ਨੇ ਪ੍ਰੋਵਾਈਡ ਕੀਤੇ ਸੀ ਜਿਹੜੇ ਐਨਕਾਊਂਟਰ ਦੇ ਵਿੱਚ ਨਿਊਟਰਲਾਈਜ਼ ਹੋ ਗਏ ਦੋਵੇਂ ਜਿਹੜੇ ਇਹਦੇ 'ਚ ਇਹ ਚੌਥਾ ਬੰਦਾ ਸੀਗਾ ਜਿਹੜਾ ਕਰੋਲਾ ਦੇ ਵਿੱਚ ਸੀਗਾ ਦੀਪਕ ਅਲੋਂਗ ਵਿਦ ਅਦਰ 3 ਪੀਪਲ ਵਰ ਅਰੈਸਟਡ ਬਾਈ ਦਿੱਲੀ ਪੁਲਿਸ ਤੇ ਉਹ ਜਿਹੜੀ ਸਲਿੱਪ ਸੀਗੀ ਉਹ ਫਤਿਹਾਬਾਦ ਹਰਿਆਣਾ ਟਰੇਸ ਹੋਈ ਸੀਗੀ ਉਸ ਤੋਂ ਬਾਅਦ ਅਸੀਂ ਅੱਗੇ ਸੀਸੀਟੀਵੀ ਫੁਟੇਜ ਉਹਦਾ ਸਟੱਡੀ ਕਰਕੇ ਉਹਦੇ 'ਚ ਪ੍ਰੀਅਮਵੰਤ ਦੀ ਸ਼ਨਾਖਤ ਹੋ ਗਈ ਸੀ ਉਸ ਤੋਂ ਬਾਅਦ ਦਾ ਰੂਟ ਵਾਜ਼ ਆਈਡੈਂਟੀਫਾਈਡ ਅਸੀਂ ਟੈਕਨੀਕਲੀ ਜਿਹੜੇ ਟਾਵਰ ਡੰਪਸ ਚੱਕੇ ਸੀਗੇ ਤੇ ਵੀ ਹੈਡ ਪ੍ਰੀਪੇਅਰਡ ਅ ਰੂਟ ਤੇ ਕੋਆਪਰੇਸ਼ਨ ਵਿਦ ਅਦਰ ਏਜੰਸੀਜ਼ ਵਾਜ਼ ਡਨ ਸਾਨੂੰ ਪਹਿਲੀ ਬ੍ਰੇਕ ਥਰੂ ਮਿਲੀ ਸੀਗੀ ਜਦੋਂ ਉੱਤਰਾਖੰਡ ਦੇ ਵਿੱਚ ਇੱਕ ਮੁੰਡਾ ਜਿਹਨੇ ਕਾਰ ਪ੍ਰੋਵਾਈਡ ਕੀਤੀ ਸੀ ਉਹ ਮਨਪ੍ਰੀਤ ਭਾਊ ਤੇ ਮਨਪ੍ਰੀਤ ਮੰਨਾ ਟਰੇਸ ਹੋਈ ਸੀਗੇ ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ 31 ਨੂੰ ਅਸੀਂ ਜੇਲ੍ਹ ਦੇ ਵਿੱਚ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਰਿਮਾਂਡ ਤੇ ਲਿਆਂਦਾ ਸੀਗਾ ਤੇ ਇੱਕ ਸਿਲਸਿਲੇਵਾਰ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਹੈ ਤੇ ਕਾਮਯਾਬੀ ਹਾਸਲ ਕੀਤੀ ਹੈ ਵੀ ਆਰ ਕਮਿਟਡ ਟੂ ਐਨਸ਼ੋਰਿੰਗ ਜਸਟਿਸ ਇਨ ਦਾ ਸ਼ੁਭਦੀਪ ਕੇਸ ਤੇ ਸਾਡਾ ਐਂਡੇਵਰ ਹੋਊਗਾ ਕਿ ਪੁਖਤਾ ਕੇਸ ਬਣਾ ਕੇ ਸਾਰੇ ਮੁਲਜ਼ਮਾਂ ਨੂੰ ਕਨਵਿਕਸ਼ਨ ਕੀਤੀ ਜਾਵੇ ਜਿਹੜੇ ਬਾਹਰ ਬੈਠੇ ਹੈ ਉਹਨਾਂ ਨੂੰ ਵੀ ਵਾਪਸ ਲਿਆਉਣ ਲਈ ਐਕਸਟ੍ਰੈਡੀਸ਼ਨ ਲਈ ਰੈੱਡ ਕਾਰਨਰ ਨੋਟਿਸ ਗੋਲਡੀ ਬਰਾੜ ਦਾ ਵੀ ਜਾਰੀ ਹੋ ਗਿਆ ਹੈ ਤੇ ਵੀ ਆਰ ਪਰਸੂਇੰਗ ਆਲ ਲੀਡਸ ਆਈ ਵਿਲ ਜਸਟ ਰਿਕੁਐਸਟ ਮਿਸਟਰ ਪ੍ਰਮੋਦ ਬਾਣ ਟੂ ਸਪੀਕ ਬਰੀਫਲੀ ਔਨ ਦੀ ਇਨਵੈਸਟੀਗੇਸ਼ਨ ਐਂਡ ਦੈਨ ਵੀਲ ਵੈਲਕਮ ਐਨੀ ਕੁਐਸਚਨਸ गुड मॉर्निंग जिवें सर ने पहले ही दसिया ये शुरू तो ही बहुत ही साइंटिफिक तरीके नाल लीड्स नूं फॉलो करते हुए इन्वेस्टिगेशन चली है ते कड़ी बदर कड़ी वारी वारी करके एक बंदा पावे हो रेकी करने वाला सीगा पावे हो एक्चुअल शूटर सीगे पावे दूसरे सपोर्ट प्रोवाइडर सीगे हर एक नूं अरेस्ट किया गया विद एग्जैक्ट रोल हर एक दा की है उन्होंने डिफाइन करके हम चार्जशीट फाइल की जा चुकी है ਜਿਹੜਾ ਇਹ ਬੰਦਾ ਇੱਕ ਸ਼ੂਟਰ ਰਹਿੰਦਾ ਸੀਗਾ ਸ਼ੁਰੂ ਤੋਂ ਹੀ ਇਹਦੇ ਮਗਰ ਅਸੀਂ ਤੇ ਬਾਕੀ ਹੋਰ ਏਜੰਸੀਜ਼ ਵੀ ਲੱਗੇ ਹੋਏ ਸੀਗੇ so we got the follow up leads on that so our parties went to West Bengal and finally they have arrested ਉਹਨਾਂ ਨੂੰ ਵਾਪਸ ਲੈ ਕੇ ਆਏ ਸੀ so ਇਸ ਸਾਰੀ ਤਫਤੀਸ਼ ਦੇ ਦੌਰਾਨ it was an important case ਸਾਰੀ ਤਫਤੀਸ਼ ਦੇ ਦੌਰਾਨ as per guidance from CM ਸਾਹਿਬ and DGP ਸਾਹਿਬ ਇੱਕ ਚੀਜ਼ ਸਿਲਸਿਲੇਵਾਰ सारी एजेंसीज नाल लेके ते सारी एजेंसीज के कोऑपरेशन में नाल ये तफ्तीश की गई है एंड आई एम वेरी थैंकफुल टू द होल टीम ऑफ AGT and DD sir and all the other state as well central agencies जिन्हां ने कोऑपरेशन नाल ये सारा मसला हल होया मैं अभी दसना चाहांगा कि CM साहब ने रेगुलरली वो केस की मॉनिटरिंग करते थे हर 2 हफ्ते बाद ਤੇ ਚੀਫ ਮਿਨਿਸਟਰ ਸਾਹਿਬ ਇਨਵੈਸਟੀਗੇਸ਼ਨ ਦੇ ਰਿਵਿਊ ਕਰਦੇ ਸੀ ਕਿ ਵਿਦਆਊਟ ਇੰਟਰਫੀਅਰਿੰਗ ਕਿ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਇੰਟਰਫੀਅਰੈਂਸ ਕੀਤੀ ਹੈ ਬਟ देयर वाज दिस strong political will to solve this case and to establish the rule of law by ensuring justice. सर दो क्वेश्चन है सर एक तो है कि ये बार-बार है क्योंकि पुलिस ਨੂੰ ਬਾਹਰੋਂ ਨੂੰ ਚੈलेंज करना कि कल अरेस्ट होने के बाद जस्ट 2 मिनट ही
ਗੋਲਡੀ ਬਰਾੜ ਦਾ ਇੱਕਦਮ ਸਟੇਟਮੈਂਟ ਆਉਣ ਲੱਗੀ, ਉਹਨਾਂ ਕਹਿੰਦਾ ਪੰਜਾਬ ਪੁਲਿਸ ਨੂੰ ਤੇ ਕੁਝ ਲੋਕ ਜਿਹੜੇ ਚੁਣੌਤੀ ਦਿੰਦੇ ਨੇ, ਬਾਰ-ਬਾਰ ਕਰਦੇ ਆ, ਚਾਹੇ ਆਪਾਂ ਪ੍ਰੋਸੈਸ ਅਡਾਪਟ ਕੀਤਾ ਹੋਇਆ ਉਹਦਾ, ਲੇਕਿਨ ਇਹ ਕਿੰਨਾ ਕਿ ਲੈਂਥੀ ਕਿਉਂਕਿ ਉਹ ਬਾਰ-ਬਾਰ ਇੱਕ ਸੋਸ਼ਲ ਮੀਡੀਆ ਨੂੰ ਕਰਕੇ ਇੱਕ ਤਰ੍ਹਾਂ ਲੋਕਾਂ ਨੂੰ ਵੀ ਗੁੰਮਰਾਹ ਕਰਦੇ ਆ। ਸੈਕਿੰਡ ਸਰ, ਤੁਸੀਂ ਸਲਮਾਨ ਖਾਨ ਨੇ ਬਾਕੀਆਂ ਦੀ ਵੀ ਗੱਲ ਕੀਤੀ ਹੈਗੀ, ਪ੍ਰੋਮਿਨੈਂਟ ਲੋਕ ਨੇ ਸਰ ਜਿਹੜੇ ਉਹਨਾਂ ਦੀ ਟਾਰਗੇਟ ਸੀ, ਪਲੀਜ਼ ਸਰ ਬਲੀਵ ਕਰਨਾ, ਕਿਉਂਕਿ ਬਲੀਵ ਕਰਨ ਬਾਣ ਸਾਹਿਬ ਕਿ ਵੀ ਇਹਨਾਂ ਨੂੰ ਫੜਿਆ ਕੀਤਾ, ਕਿਉਂਕਿ ਥੋੜਾ ਜਿਹਾ ਬਹੁਤ ਇੱਕ ਹਰ ਚੀਜ਼ ਦੀ ਸਟੋਰੀ ਤੇ ਇੰਟਰਸਟਿੰਗ ਹੁੰਦੀ, ਕਿਉਂਕਿ ਫੜਨਾ ਠੀਕ ਹੈ ਇਨਵੈਸਟੀ ਪਾਰਟ ਆਫ ਦੀ ਆਈ ਗਿਆ, ਲੇਕਿਨ ਪਹੁੰਚਣ ਤੱਕ ਦੀ ਚੀਜ਼ ਤੁਹਾਨੂੰ ਦੱਸ ਦਿਓ ਕਿ ਕਿਵੇਂ ਪਹੁੰਚੇ ਕਿਉਂ ਹੋਇਆ, ਕਿਉਂਕਿ ਸਰ ਬਾਕੀ ਦਾ ਦੇਖੋ ਜੀ, ਜਿੱਥੋਂ ਤੱਕ ਗੋਲਡੀ ਦਾ ਸਵਾਲ ਹੈ, देखो जी, I will not react to the statements of a fugitive. No, I will not. नहीं, is he, ma'am, is he an authority? So I will not. देखो जी, कोई गल नहीं जी, उरे लावांगे, एक और प्रेस कॉन्फ्रेंस करांगे जब गोल्डी आऊगा जी। नहीं, मैं रिक्वेस्ट करूँगा गुरमीत चौहान जी डिटेल च दस देंगे, पर अदरवाइज देखो एक दिन कल असी फड़िया है, एक कपिल पंडित की इंटरोगेशन के विच आया, हुण देखो संतोष यादव भी फड़िया जा चुका महाराष्ट्र तो, जिहड़ा दूजा बंदा हैगा वो डिटेन हो गया, जिहड़ा बिश्नोई सचिन बिश्नोई है। सो असी सिस्टमैटिक तरीके नाल जिहड़े भी इन्हां ने डिस्कलोजर दित्ती है, दैट इज़ टू बी येट टू बी कोरोबरेटेड, मतलब असी 100% उस पर यकीन नहीं कर सकते, तो असी दूजिਆਂ ਨੂੰ ਲਾਵਾਂਗੇ, इंटरोगेशन करांगे, निशानदेही करावांगे, जे लोड होएगी अपनी पुलिस पार्टी बॉम्बे भेजांगे जी, तो हाले इट इज़ वेरी प्रिलिमिनरी डिस्कलोजर। एक सवाल है सर, एक सवाल है, कत्ल होया सर 29 तरीक को कत्ल होया, 10 तरीक को गिरफ्तारी हुई है, 105 दिन मतलब टोटल 105 दिन सी, 105 दिन आज किथे मूवमेंट रही है, किथे हाइड आउट लिया दीपक मुंडी में। देखो जी, सारा कुछ तो ਅਸੀਂ ਨਹੀਂ ਸ਼ੇਅਰ ਕਰ ਸਕਦੇ, ਨਾ ਕਰਾਂਗੇ ਜੀ, ਪਰ ਜਿਵੇਂ ਮੈਂ ਬਰੀਫਲੀ ਦੱਸਿਆ ਸੀਗਾ, ਜਿਹੜੀ ਸਟੇਟਾਂ 'ਚ ਰਹੇ ਹੈਗੇ ਨਾ, ਦੀਪਕ ਤੇ ਇਹ ਇਕੱਠੇ ਸੀਗੇ ਜੀ, ਦੀਪਕ ਐਂਡ ਕਪਿਲ ਵਰ ਟੁਗੇਦਰ, ਹਰਿਆਣਾ ਦੇਖੋ ਦੇ ਆਰ ਸ਼ਿਫਟਿੰਗ ਟੁਵਰਡਸ ਵੈਸਟ ਬੰਗਾਲ, ਰਾਜਸਥਾਨ, ਹਰਿਆਣਾ, यूपी, बिहार एंड वेस्ट बंगाल ब्रॉडली इस ते एक सुनियोजित तरीके नाल प्लान्ड तरीके नाल उस बॉर्डर आउटपोस्ट तक पहुंचे सी। सर कपिल पंडित ते जेड़ा जोकर है, ਇਹਨਾਂ ਨੂੰ ਹੁਣ ਨਾਮਜ਼ਦ ਕੀਤਾ ਜਾ ਰਿਹਾ ਹੈ, ਕਿਉਂਕਿ ਇਹਨਾਂ ਨੇ ਲਗਾਤਾਰ ਜਿੱਦਾਂ ਤੁਸੀਂ ਵੀ ਕਿਹਾ ਕਿ ਲੌਜਿਸਟਿਕ ਚੀਜ਼ਾਂ ਇਹਨਾਂ ਨੂੰ ਮੁਹੱਈਆ ਕਰਾਈ ਸਟਾਰਟਿੰਗ ਤੋਂ ਲੈ ਕੇ, ਤਾਂ ਇਹਨਾਂ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਇਸ ਪੂਰੇ ਮਾਮਲੇ 'ਚ। ਪਹਿਲਾਂ ਤਾਂ ਸੀ ਦੋਵੇਂ ਪਹਿਲੇ ਤੋਂ ਨਾਮਜ਼ਦ ਸੀਗੇ, ਇਹਨਾਂ ਦਾ ਸ਼ੂਟਰ ਨਹੀਂ ਹੈਗੇ, ਬਟ ਸਪੋਰਟਿੰਗ, ਕਿਉਂਕਿ ਇਹਨਾਂ ਦਾ ਰੋਲ ਪਹਿਲੇ ਆ ਗਿਆ ਸੀਗਾ ਇਨਵੈਸਟੀਗੇਸ਼ਨ ਦੇ ਵਿੱਚ। ਕੋਈ ਤਾਂ ਸਰ ਪਿੱਛੇ ਕਿਉਂਕਿ ਸਰ ਫੰਡਿੰਗ ਦਾ ਜਾਂ ਜਿਹੜੇ ਵੈਪਨਸ ਆਏ ਉਹਨਾਂ ਦਾ ਜ਼ਿਕਰ ਚਾਰਜਸ਼ੀਟ 'ਚ ਵੀ ਨਹੀਂ ਹੋਇਆ ਕਿ ਇਹ ਕਿੱਥੇ ਫੰਡਿੰਗ ਕਿੱਥੋਂ ਹੋਈ ਹੈ ਜਾਂ ਜਿਹੜੇ ਹਥਿਆਰ ਹੈ ਉਹ ਵੀ ਫੰਡਿੰਗ ਦਾ ਸਰ ਵੈਪਨ ਕਰਨਾ। ਨਹੀਂ, ਅਸੀਂ ਦੇਖੋ ਜੀ ਸਪਲੀਮੈਂਟਰੀ ਚਾਰਜਸ਼ੀਟ ਫਾਈਲ ਕਰਾਂਗੇ, ਅਦਰਵਾਈਜ਼ ਇਟ ਇਜ਼ ਵੈਰੀ ਕਲੀਅਰ ਕਿ ਗੋਲਡੀ ਜਿਹੜਾ ਹੈਗਾ ਉਹ ਲਿੰਚ ਪਿਨ, ਚਲੋ ਮਤਲਬ ਮੈਂ ਲੋੜ ਤੋਂ ਵੱਧ ਕ੍ਰੈਡਿਟ ਗੋਲਡੀ ਨੂੰ ਵੀ ਨਹੀਂ ਦਿੰਦਾ, ਕਿਉਂਕਿ ਇਹਦੇ 'ਚ ਕਈ ਕੜੀਆਂ ਜੁੜੀਆਂ ਹੈਗੀ, ਪਰ ਮੇਨਲੀ ਮਤਲਬ ਉਹ ਅੱਗੇ ਕਨਵੇ ਜਿਵੇਂ ਇਹਨਾਂ ਦਾ ਉਰੇ ਨੈਟਵਰਕ ਹੈਗਾ, ਟੈਲੀਫੋਨ ਤੇ ਇਨ ਟੱਚ ਹੁੰਦੇ ਆ, ਤਾਂ ਹੀ ਅਸੀਂ ਜਿਹੜੇ ਬੰਦੇ ਪਨਾਹ ਦੇ ਰਹੇ ਹੈਗੇ, ਜਿਹੜੇ ਬੰਦੇ ਪੈਸੇ ਦੇ ਰਹੇ ਹੈ, ਅਸੀਂ ਸਾਰਿਆਂ ਨੂੰ ਨੋਮੀਨੇਟ ਕਰਕੇ ਗ੍ਰਿਫਤਾਰ ਕਰ ਰਹੇ ਹਾਂ ਐਂਡ ਸਪੈਸੀਫਾਈਂਗ ਦਾ ਰੋਲ ਆਫ ਈਚ ਪਰਸਨ। सारे वेपन रिकवर हो चुके हैं या फिर अभी भी कुछ पेंडिंग है? ਨਹੀਂ, ਮੈਂ ਦੱਸਿਆ ਸੀਗਾ ਨਾ 23 ਅਕਿਊਜ਼ਡ ਅਸੀਂ ਅਰੈਸਟ ਕੀਤੇ ਜੀ, ਤੇ 2 ਅਕਿਊਜ਼ਡ ਨਿਊਟਰਲਾਈਜ਼ ਹੋ ਗਏ ਜੀ, ਤੇ ਹੁਣ ਤੱਕ 35 ਅਕਿਊਜ਼ਡ ਨੇਮਡ ਹੈਗੇ ਜੀ। ਸਿੱਧੂ ਮੂਸੇਵਾਲਾ ਦੇ ਫਾਦਰ ਦੀ ਪ੍ਰਤੀਕਿਰਿਆ ਆਈ ਹੈ, ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਫੜੇ ਗਏ ਨੇ ਤਾਂ ਛੋਟੇ ਲੋਕ ਨੇ, ਕਿ ਬੜਿਆਂ ਦੇ ਗਿਰੇਬਾਨ ਤੱਕ ਹੱਥ ਚਾਹੁੰਦੇ ਨੇ। ਦੇਖੋ ਜੀ, ਉਹਨਾਂ ਦੇ ਬਿਆਨ ਤੇ ਉਹਨਾਂ ਦਾ ਅਸੀਂ ਬਹੁਤ ਰਿਗਾਰਡ ਕਰਦੇ ਹਾਂ, ਤੇ ਇੰਨਾ ਵੱਡਾ ਨੁਕਸਾਨ ਹੋਇਆ ਹੈ, ਤੇ ਸਾਨੂੰ ਪਤਾ ਕਿ ਸਾਡੇ ਉਪਰਾਲਿਆਂ ਤੋਂ ਕਦੀ ਜੋ ਨੁਕਸਾਨ ਹੋਇਆ ਵਾਪਸ ਨਹੀਂ ਆ ਸਕਦਾ, ਬਟ ਵੀ ਸਟੈਂਡ ਵਿਥ ਹਿਮ ਫੁਲੀ। ਸਰਦਾਰ ਬਲਕੌਰ ਸਿੰਘ ਨੇ ਬਹੁਤ ਹੀ ਮੈਚੁਰਿਟੀ ਨਾਲ ਸਾਰਾ ਮਸਲਾ ਹੈਂਡਲ ਕੀਤਾ ਹੈ, ਤੇ ਅਸੀਂ ਉਹਨਾਂ ਦੇ ਬਿਆਨ ਤੇ ਫॉर योर ਇਨਫੋਰਮੇਸ਼ਨ ਜਿਨ੍ਹਾਂ ਤੇ ਉਹਨਾਂ ਨੂੰ ਸ਼ੱਕ ਸੀਗਾ, ਉਹਨਾਂ ਦਾ ਸਟੇਟਮੈਂਟ ਅਸੀਂ ਲਿਖਿਆ ਹੈ, ਤੇ ਉਹਨਾਂ ਨੂੰ ਨੋਮੀਨੇਟ ਕਰ ਲਿਆ ਐਜ਼ ਅਕਿਊਜ਼ਡ, ਜਿਹੜੀ ਪਹਿਲੀ ਗੱਲ ਪ੍ਰੈਸ 'ਚ ਆਈ ਵੀ ਹੈ, ਤੇ ਇਨਵੈਸਟੀਗੇਸ਼ਨ ਤੋਂ ਬਾਅਦ ਐਜ਼ ਪਰ ਲਾਅ ਅੱਗੇ ਕਾਰਵਾਈ ਕਰਾਂਗੇ ਜੀ। सर एक बार कहने वाले फादर के वाइट कॉलर ਨੂੰ ਫੜਨਾ ਹਜੇ ਬਾਕੀ ਹੈ। ਬਲਕੌਰ ਸਿੰਘ ਸਰ ਜਿਹੜੇ ਫਾਦਰ ਸਾਹਿਬ ਨੇ ਉਹ ਬਾਰ-ਬਾਰ ਇਹ ਗੱਲ ਕਹਿ ਰਹੇ, ਕੱਲ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਨਿਊਜ਼ 18 ਦੇ ਨਾਲ ਕਿ ਵਾਈਟ ਕਾਲਰ ਵਾਲੇ ਹਜੇ ਵੀ ਫਰਾਰ ਹੈ। ਹਾਲਾਂਕਿ ਗੈਂਗਸਟਰ ਉਹਨੂੰ ਫੜ ਰਹੀ ਹੈ ਪੁਲਿਸ, ਵਧੀਆ ਕੰਮ ਹੈ, ਲੇਕਿਨ ਜਿਹੜੇ ਵਾਈਟ ਕਾਲਰ ਨੇ ਕਈ ਜਿਹੜਾ ਇੰਟਰਨੈਟ ਤੋਂ ਗੱਲ ਕਰ ਰਹੇ ਹੈ, ਹੋਮਲੈਂਡ ਦੇ ਨਾਲ ਕਨੈਕਸ਼ਨ ਦੀ ਗੱਲ ਕਰ ਰਹੇ ਜਾਂ ਫਿਰ ਵਾਈਟ ਕਾਲਰਸ ਦੀ ਗੱਲ ਕਰ ਰਹੇ, ਇਹਨਾਂ ਨੂੰ ਲੈ ਕੇ ਹੁਣ ਪੁਲਿਸ ਕਿਸ ਤਰ੍ਹਾਂ ਉਹਨਾਂ ਨਾਲ ਗੱਲਬਾਤ? ਅਸੀਂ ਉਹਨਾਂ ਦੇ ਬਿਆਨ ਤੇ ਨਾ ਜੀ, ਉਹਨਾਂ ਦਾ ਸਪਲੀਮੈਂਟਰੀ ਬਿਆਨ ਲਿਖਿਆ ਸੀ, ਉਹਨਾਂ ਨੇ ਕੁਝ ਹੋਰ ਮੁਲਜ਼ਮਾਂ ਤੇ ਸ਼ੱਕ ਜ਼ਾਹਿਰ ਕੀਤਾ ਸੀ, ਤੇ ਉਹਨਾਂ ਨੂੰ ਨੋਮੀਨੇਟ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਜੀ। ਤੇ ਮੈਂ
ਸਪੈਸੀਫਿਕ ਕਮੈਂਟ ਇਨਵੈਸਟੀਗੇਸ਼ਨ ਬਾਰੇ ਨਹੀਂ ਦੇ ਸਕਦਾ, ਕਿਉਂਕਿ ਉਹ ਇਨਵੈਸਟੀਗੇਸ਼ਨ ਆਨਗੋਇੰਗ ਹੈ ਉਨ ਮੁਲਜ਼ਮਾਂ ਬਾਰੇ ਜੀ। ਸਰ ਕੁਝ ਸਿੰਗਰਸ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ ਗਏ ਸੀ। ਉਹਨਾਂ ਨੇ ਸਾਨੂੰ ਬਿਆਨ ਦਿੱਤਾ ਹੈ ਜੀ, ਤੇ ਉਸ ਦੇ ਬੇਸ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੀ। ਪ੍ਰਮੋਦ ਸਰ, ਇੱਕ ਬਾਰ-ਬਾਰ ਜਿਹੜੀ ਗੱਲ ਹੈ ਗੈਂਗਸਟਰ ਨੂੰ ਆ ਕੇ ਉੱਥੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਵਗੈਰਾ ਤੁਹਾਡੀ ਪ੍ਰਧਾਨਗੀ ਦੇ ਵਿੱਚ, ਲੇਕਿਨ ਇਹ ਸਰ ਗੈਂਗਸਟਰ ਜਿਹੜਾ ਚੱਲਦਾ ਪਿਆ ਕਲਚਰ ਛੋਟਾ-ਮੋਟਾ ਜੋ ਚੱਲਦਾ ਹੈ, ਇਹ ਤੁਸੀਂ ਮਤਲਬ ਕਰਤਾ ਕਿ ਜਿਹੜੀ ਕਿਉਂਕਿ ਮੇਨ ਇਹੀ ਇਕੱਲੇ ਦੋ ਹੈਗਾ ਜਿਹੜਾ ਉਸ ਤੋਂ ਬਾਅਦ ਖਤਮ ਹੋਣ ਦੀ ਸੰਭਾਵਨਾ ਕਿ ਹੋਰ ਵੀ ਕੋਈ ਹੈਗੇ ਕਿੰਨੇ ਪ੍ਰਕਾਰ ਦੇ A ਕੈਟਾਗਰੀ B ਕੈਟਾਗਰੀ ਆਲਮੋਸਟ ਕਿੰਨੇ ਕਿ ਹੈ? ਨਹੀਂ ਬਾਜਵਾ ਸਾਹਿਬ, ਮੈਂ ਪਹਿਲੇ ਮੈਂ ਦੱਸਾਂਗਾ। ਦੇਖੋ, ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇੱਕ ਸਟੇਟ ਲੈਵਲ ਦੀ ਨੋਡਲ ਏਜੰਸੀ ਹੈ, ਪਰ ਇਹਨਾਂ ਦਾ ਕੰਮ ਹੈਗਾ ਕੋਆਰਡੀਨੇਸ਼ਨ ਕਰਨਾ ਤੇ ਸਪੈਸ਼ਲ ਵੱਡੇ ਆਪਰੇਸ਼ਨ ਕਰਨੇ। ਅਦਰਵਾਈਜ਼ ਹਰ ਐਸਐਸਪੀ ਦਾ, ਮੈਂ ਸਾਰਿਆਂ ਨੂੰ ਇਹੀ ਕਹਿੰਦਾ, ਹਰ ਐਸਐਸਪੀ, ਹਰ ਸਬ ਡਿਵੀਜ਼ਨਲ ਡੀਐਸਪੀ, ਹਰ ਐਸਐਚਓ ਦਾ ਇਹ ਕੰਮ ਹੈ ਕਿ ਕ੍ਰਾਈਮ, ਕ੍ਰਿਮੀਨਲਸ ਤੇ ਗੈਂਗਸਟਰਸ ਦੇ ਖਿਲਾਫ ਉਹ ਐਕਸ਼ਨ ਕਰੇ ਜੀ। ਇਹਨਾਂ ਦਾ ਰੋਲ ਹੈਗਾ ਟੂ ਕੋਆਰਡੀਨੇਟ, ਦੂਜੀ ਸਟੇਟਾਂ ਨਾਲ ਤਾਲਮੇਲ ਕਰਨਾ, ਜੇ ਇਹਨਾਂ ਕੋਲ ਵੱਡੀ ਇਨਫੋਰਮੇਸ਼ਨ ਹੁੰਦੀ ਜ਼ਿਲ੍ਹਿਆਂ 'ਚ ਆਪਸ ਦੇ ਵਿੱਚ ਤਾਲਮੇਲ ਕਰਨਾ। ਆਈ ਰਿਕੁਐਸਟ ਮਿਸਟਰ ਬਾਨ ਟੂ ਐਲੈਬੋਰੇਟ। See, as per जैसे डी साहब कह रहे हैं, जब से ये टीम बनी है उदो तो ही ना केवल बड़े गैंगस्टर्स के खिलाफ, बल्कि डी साहब ने क्या हर एक जिले च कौन से लिस्टेड क्रिमिनल्स किहड़े हैगे आ ਉਹਨਾਂ ਦੇ ਖਿਲਾਫ ਕੀ ਕਾਰਵਾਈ ਬਣਦੀ, ਜਿਹੜੇ ਜੇਲ੍ਹ 'ਚ ਬੈਠੇ ਉਹ ਕੀ ਕਰੀ ਜਾ ਰਹੇ, ਉੱਥੋਂ ਉਹਨਾਂ ਦੀ ਕੀ ਐਕਟੀਵਿਟੀ ਹੈਗੀ, ਜੇਲ੍ਹ ਤੋਂ ਲਿਆ ਕੇ ਉਹਨਾਂ ਦੀ ਕੀ ਪੁੱਛਗਿੱਛ ਹੋ ਰਹੀ ਹੈ। हर जिला व टास्क बट के सारे एसएसपी, सारे डीएसपी से ही काम कर रहे हैं, एंड वी आर प्रोवाइडिंग टोटल कोऑर्डिनेशन एंड एनालिसिस एज वेल एज ऑल सपोर्ट। सर बार-बार रिंदा का नाम सामने आ रहा है, बार-बार लंडा का नाम सामने आ रहा है। किसी भी केस ਨੂੰ ਅਸੀਂ ਦੇਖ ਲਈਏ, ਅੰਮ੍ਰਿਤਸਰ ਵਾਲਾ ਜਿਹੜਾ ਆਈਬੀ ਕੇਸ ਹੋਇਆ ਜਾਂ ਫਿਰ ਕੁਰੂਕਸ਼ੇਤਰ ਵਾਲਾ ਜਿਹੜਾ ਤੁਸੀਂ ਬੰਦਾ ਫੜਾ ਨਛੱਤਰ ਸਿੰਘ ਮੋਦੀ ਜਾਂ ਹੋਰ ਸੁਖਦੇਵ ਤੇ ਹੋਰ ਹੈਪੀ, ਇਹ ਬਾਰ-ਬਾਰ ਪਾਕਿਸਤਾਨੀ ਜਿਹੜਾ ਰਿੰਦਾ ਬੈਠਾ ਜਾਂ ਫਿਰ ਲੰਡਾ ਦਾ ਫਾਈਨੈਂਸ਼ਲੀ ਜਾਂ ਫਿਰ ਐਕਸਪਲੋਸਿਵ ਇਹਦਾ ਨੂੰ ਲੈ ਕੇ ਹੁਣ ਕੀ ਪੁਲਿਸ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ, ਕਿਉਂਕਿ ਇਹਨਾਂ ਦਾ ਨਾਮ ਗੈਂਗਸਟਰ ਦੇ ਨਾਲ ਵੀ ਜੁੜ ਰਿਹਾ ਹੈ। ਆਰਪੀਜੀ ਅਟੈਕ ਮਾਮਲੇ 'ਚ ਵੀ ਦੀਪਕ ਤੇ ਦੀਪਾਂਸ਼ੂ ਦਾ ਨਾਮ ਸਾਹਮਣੇ ਆ ਰਿਹਾ, ਜਿਹੜਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਦੋਸ਼ੀ ਸੀ। ਦੇਖੋ ਜੀ, ਇੱਥੇ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਨਾਂ ਆਇਆ, ਅਸੀਂ ਇਹਨਾਂ ਨੂੰ ਨੋਮੀਨੇਟ ਕੀਤਾ ਹੈ। ਇਨਫੈਕਟ ਜਿਹੜਾ ਨਛੱਤਰ ਸਿੰਘ ਵਾਲਾ ਆਪਰੇਸ਼ਨ ਸੀ, ਬਹੁਤ ਵਧੀਆ ਆਪਰੇਸ਼ਨ ਪੁਲਿਸ ਦਾ ਹੋਇਆ। ਉਹਦੇ ਵਿੱਚ ਘੱਟ ਤੋਂ ਘੱਟ 25 ਜਿਹੜੇ ਲੰਡਾ ਦੇ ਜਿਹੜੇ ਕੰਟੈਕਟਸ ਹੈਗੇ, ਉਹਦਾ ਨਵਾਂ ਨੈਟਵਰਕ ਐਕਸਪੋਜ਼ ਹੋਇਆ ਹੈ। ਸਾਰਿਆਂ ਨੂੰ ਅਸੀਂ ਨੋਮੀਨੇਟ ਕੀਤਾ ਹੈ ਤੇ ਉਸ ਆਪਰੇਸ਼ਨ ਤੋਂ ਇਹਨਾਂ ਨੂੰ ਬਹੁਤ ਵੱਡੀ ਸੈਟਬੈਕ ਬੈਠੀ। ਅਦਰਵਾਈਜ਼ ਦੇਖੋ ਜੀ, ਆਈਐਸਆਈ ਦੇ ਡਾਇਰੈਕਸ਼ਨਸ ਤੇ ਜਿਹੜੇ ਬੰਦੇ ਉੱਥੇ ਬੈਠੇ ਹੈਗੇ, ਅਸੀਂ ਤੇ ਉਹਨਾਂ ਨੂੰ ਟੈਰਰਿਸਟ ਸਮਝਦੇ। ਉਹਦੇ ਵਿੱਚ ਭਾਵੇਂ ਇਹ ਗੈਂਗਸਟਰ ਸੀਗੇ, ਇਹਨਾਂ ਦਾ ਪਿਛੋਕੜ, ਸਾਡੇ ਲਈ ਜਿਹੜੇ ਬੰਦੇ ਨੇ ਟੈਰਰਿਸਟ ਕ੍ਰਾਈਮ ਕੀਤਾ ਹੈ, ਹੀ ਇਜ਼ ਅ ਟੈਰਰਿਸਟ ਐਂਡ ਹੀ ਵਿਲ ਬੀ ਟ੍ਰੀਟਡ ਐਜ਼ सच। एक जो बात सामने आ रही है उसमें ये कि ये तीनों लोग बिहार से नेपाल में एंट्री किए, तो वहाँ पर ये गांव वालों ने इनको बच्चा चोर समझकर इनकी पिटाई की, उसके बाद इन्होंने थाने की शरण दी, और फिर उसके बाद ये एमएचए की जो है सुझाव के बाद, एमएचए के बाद जब शिकायत पहुंची तब पंजाब पुलिस को उसका पता लगा। इसकी किसने की सब सच्चाई शुरू? नहीं, देखिए हमारी टीमें वहाँ पहले से थी, तो इससे ज़्यादा मैं कुछ नहीं कहूँगा क्योंकि इन्वेस्टिगेशन अभी चल रही है। ਮਿਲੀਟੈਂਟ ਗਰੁੱਪ ਦਾ ਗੈਂਗਸਟਰ ਨਾਲ ਕਿਤਨਾ ਕੱਟਜੋੜ ਹੈਗਾ ਕਿਤੇ ਮੇਰਾ ਬਾਤ ਹੋ ਗਿਆ ਅਕਸਰ ਕਿਉਂਕਿ ਗੈਂਗਸਟਰ ਦਾ ਚਲੋ ਹੁਣ ਤੁਸੀਂ ਲੱਗੇ ਪਿਓ ਉਹ ਫਾਰਵਰਡ ਮਿਲੀਟੈਂਟ ਦੇ ਬਾਅਦ ਵੀ नहीं बाजवा साहब बिल्कुल ठीक है। एक्चुअली ਜਿਹੜੀ ਗੱਲ ਹੈ ਥੋੜੀ ਵਰੀਸਮ ਵੀ ਹੈ, ਕਿਉਂਕਿ ਪਹਿਲੇ ਤੁਸੀਂ ਦੇਖੋਗੇ ਜਿਵੇਂ ਇਹ ਬਲਾਸਟ ਹੋਈ ਸੀ ਜਾਂ ਜਿਵੇਂ ਆਪਣਾ ਸ਼ਿੰਗਾਰ ਬਲਾਸਟ ਸੀਗਾ, ਉਸ ਤੋਂ ਬਾਅਦ ਸੀਗਾ, ਤੇ ਇਹਨਾਂ ਨੂੰ ਜਿਹੜੇ ਟੈਰਰਿਸਟ ਐਲੀਮੈਂਟਸ ਹੈਗੇ, ਇਹਨਾਂ ਨੂੰ ਰਿਕਰੂਟ ਨਹੀਂ ਮਿਲ ਰਹੇ ਸੀ, ਕਿਉਂਕਿ ਦੇਖੋ ਜਿਹੜਾ ਪੰਜਾਬ ਦਾ ਯੂਥ ਹੈਗਾ ਉਹ ਟੈਰਰਿਜ਼ਮ ਦੀ ਆਈਡੀਓਲੋਜੀ ਨਾਲ ਨਹੀਂ ਐਸੋਸੀਏਟਡ ਹੈ। ਪਰ ਇੱਕ ਇਹ ਨਾਭਾ ਜੇਲ ਬ੍ਰੇਕ ਦੇ ਵਿੱਚ ਪਹਿਲੀ ਵਾਰੀ 2016 ਦੇ ਵਿੱਚ ਪਹਿਲੀ ਵਾਰੀ ਟੈਰਰਿਸਟ ਗੈਂਗਸਟਰ ਨਿਕਸਸ ਵੇਖਣ 'ਚ ਆਇਆ, ਤੇ ਇਹਨਾਂ ਨੂੰ ਗੈਂਗਸਟਰਸ ਨੂੰ ਐਜ਼ ਕੈਨਨ ਫੋਡਰ ਵਰਤਿਆ ਜਾ ਰਿਹਾ ਹੈ। ਇੱਕ ਦੂਜੇ ਦੇਸ਼ ਦੀ ਏਜੰਸੀ ਜਿਹੜੀ ਹੈਗੀ ਇਹਨਾਂ ਨੂੰ ਵਰਤ ਰਹੀ ਹੈਗੀ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ। ਸਰ ਮੁੱਢਲੀ ਜਾਣਕਾਰੀ 'ਚ ਕੋਈ ਇਦਾਂ ਆਇਆ ਕਿ ਇਹਨਾਂ ਨੂੰ ਲੱਗਾ ਆਪਣੇ ਕਿੱਤੇ ਦੇ ਉੱਤੇ ਜਾਂ ਫਿਰ ਕਿਸੇ ਦੇ ਕਹਿਣ ਦੇ ਉੱਤੇ ਹੀ ਸਾਰਾ ਕੁਝ ਕੀਤਾ ਹੈ? ਦੇਖੋ ਜੀ, ਦੇਰ ਆਰ ਮੈਨੀ, ਮੈਂ ਵਿਦਾਊਟ ਟੇਕਿੰਗ ਨੇਮਸ, ਜਦੋਂ ਅਸੀਂ ਇੰਟਰੋਗੇਸ਼ਨ ਕਰਨੇ, ਕਈ ਗੈਂਗਸਟਰ ਕਹਿੰਦੇ ਜੀ ਠੀਕ ਹੈ ਜੀ ਅਸੀਂ ਗੈਂਗਸਟਰ ਹੈਗੇ, ਗਲਤੀ ਹੋ ਗਈ ਹੈ, ਪਰ ਅਸੀਂ ਐਂਟੀ ਨੈਸ਼ਨਲ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀ ਦੇਖੋ ਕ੍ਰਿਮੀਨਲ ਹੈ ਜੀ, ਤੇ ਕੁਝ ਗੈਂਗਸਟਰ ਹੈਗੇ ਜੀ। क्राइम अभी तक सिर्फ बदला ही लगे हैं, कुछ और भी है मोटिव ऑफ क्राइम किसी ने बदले दूसरे वाले केस मोटिव ऑफ क्राइम उन्होंने बदला के समथिंग एल्स। ਵੀ ਆਰ ਇਨਵੈਸਟੀਗੇਟਿੰਗ ਜੀ। ਸਰ ਕਿਹੜੀਆਂ ਟੀਮਾਂ ਇਹ ਕੰਮ ਕਰ ਰਹੀਆਂ ਨੇ ਮੋਟੀਵੇਟ ਵਾਸਤੇ ਤੁਸੀਂ ਪੁਲਿਸ ਕੀ ਕਰਦੀ ਕਿਉਂਕਿ ਹੱਥ ਜਾਣਨਾ ਖੇਡ ਦਾ ਹਰ ਡਿਊਟੀ ਇਹਨਾਂ ਦੀ ਹੈਗੀ ਹੈ, ਲੇਕਿਨ ਫਿਰ ਵੀ ਉਹ ਟੀਮਾਂ ਵਾਸਤੇ ਕੀ ਖਾਸ ਕੁਝ ਨਹੀਂ ਜੀ, ਉਹ ਤੇ ਅਸੀਂ ਕਰਾਂਗੇ ਜੀ, ਮੋਟੀਵੇਟ ਕਰਾਂਗੇ, ਬਟ ਅਸੀਂ ਹਾਂਜੀ ਤਿੰਨ ਟੀਮਾਂ ਦੱਸਦੇ ਨੇ, ਤੁਸੀਂ ਥੋੜਾ ਖੁਲਾਸਾ ਕਰੋ ਸਰ, ਮਾੜਾ ਜਿਆਦਾ ਸੁਣਾ ਦਿਓ। ਨਹੀਂ, they'll be given suitable incentive and rewards। ਜੀ ਸਰ, ਇੱਕ ਜਿਹੜਾ ਨਿਸ਼ਾਨਦਾਰ ਸਿੰਘ ਗ੍ਰਿਫਤਾਰ ਹੋਇਆ ਸੀ, ਕਿਹਾ ਜਾ ਰਿਹਾ ਕਿ ਪੁੱਛਗਿੱਛ ਦੇ ਵਿੱਚ ਖੁਲਾਸੇ ਹੋਏ ਨੇ ਕਿ ਸਲੀਪਰ ਸੈੱਲ ਪੰਜਾਬ ਦੇ ਵਿੱਚ ਤਿਆਰ ਕੀਤੇ ਗਏ ਨੇ, 24 ਤੋਂ 25 ਬੰਦੇ ਜਿਹੜੇ ਨੇ
ਉਹ ਤਿਆਰ ਹੋਏ ਨੇ ਜਿਹੜੇ ਐਕਸਪਲੋਸਿਵ ਬਣਾ ਸਕਦੇ ਨੇ, ਜਿਹੜੇ ਬਲਾਸਟ ਕਰਨ ਦੇ ਵਿੱਚ ਸક્ષਮ ਨੇ। ਇਸ ਤਰ੍ਹਾਂ ਦੀ ਸਰ ਇਹਦੇ ਵਿੱਚ ਇੱਕ ਹੋਰ ਐਡ ਕਰ ਲਓ, ਚੜਤ ਸਿੰਘ ਦਾ ਨਾਮ ਜਿਹੜਾ ਹੈਗਾ ਸਾਹਮਣੇ ਆਇਆ, ਚੜਤ ਸਿੰਘ ਉਹੀ ਹੈ ਨਹੀਂ, ਯੈਸ ਯੂ ਆਰ ਰਾਈਟ, ਚੜਤ ਬਹੁਤ ਇੰਪੋਰਟੈਂਟ ਹੈ। ਨਹੀਂ, ਮੈਂ ਇੰਟਰੋਗੇਸ਼ਨ ਦਾ ਖੁਲਾਸਾ ਦੇ ਸਕਦਾ ਕਿ ਸਿਰਫ ਤੇ ਕੱਲਾ ਨਛੱਤਰ ਹੈਗਾ who was able to assemble an IED। ਦੇਖੋ ਜੀ, IED ਬਾਹਰੋਂ ਆਂਦੀ ਹੈ, ਸੋ ਇਹ ਜਿਹੜੇ 25 ਬੰਦੇ ਸੀਗੇ ਇਹ ਬੇਸਿਕਲੀ ਸਪੋਰਟ ਨੈਟਵਰਕ ਸੀ। ਸੋ ਨਨ ਆਫ them ਕੈਨ ਮੇਕ ਐਨ IED, ਬਟ ਦਿਸ ਇਟਸੈਲਫ ਇਜ਼ ਵੈਰੀ ਵਰੀਸਮ ਕਿ ਇੰਡੀਆ ਦੇ ਵਿੱਚ ਬੈਠਿਆ ਬੰਦਾ ਥਰੂ ਆਨਲਾਈਨ ਟ੍ਰੇਨਿੰਗ ਕਿ ਉਹਨੇ ਐਕਚੁਅਲੀ, ਅਸੀਂ ਜਦੋਂ ਉਹਨੂੰ ਪੁੱਛਗਿੱਛ ਕੀਤੀ ਤਾਂ ਉਹ IED ਬਣਾ ਸਕਦਾ ਹੈ। ਸੋ ਇਸ ਤਰ੍ਹਾਂ ਦੇ ਬੰਦੇ ਨੈਚੁਰਲੀ ਫਿਰ ਵਰਤੇ ਜਾ ਸਕਦੇ। ਸਰ RTX ਇਹ ਜਿਹੜੇ ਹੈਗੇ ਆ ਸਰ ਕਿੱਥੋਂ ਆ ਗਏ? ਪੰਜਾਬ ਦਾ ਹੱਥ ਖਤਮ ਹੋ ਗਿਆ ਕਿਉਂਕਿ ਕਿੱਥੋਂ ਆਇਆ ਡਰੋਨ ਆ ਰਹੀ ਜੀ। ਅਗਸਤ 2019 ਤੋਂ ਡਰੋਨ ਡਿਲੀਵਰੀ ਸ਼ੁਰੂ ਹੋਈ। ਦੇਖੋ ਜੀ, BSF ਨੇ ਰੈਦਰ, ਮੈਂ ਐਪਰੀਸ਼ੀਏਟ ਕਰਦਾ, ਚੰਗਾ ਕੰਮ ਕਰਕੇ ਬਾਰਡਰ ਤੇ ਟਾਈਟਨੈਸ ਵਧਾਈ ਹੈ ਜੀ। ਜੇ ਤੁਸੀਂ ਪੂਰਾ ਇੱਕ ਓਵਰਆਲ ਪਰਸਪੈਕਟਿਵ ਦੇਖੋ ਨੈਸ਼ਨਲ ਲੈਵਲ ਤੇ, ਬਿਕੋਜ਼ ਆਫ BSF ਦੀ ਮੁਸਤੈਦੀ ਕਰਕੇ ਇਹ ਡਰੋਨ ਸ਼ੁਰੂ ਹੋਏ ਜੀ। ਇਹ ਤਾਂ ਦੇਖੋ ਚੂਹੇ ਪਿੱਲੀ ਦਾ ਗੇਮ ਹੈ ਜੀ, ਕੈਟ ਐਂਡ ਮਾਊਸ ਗੇਮ ਹੈ ਵੀ ਪਹਿਲੇ ਰਿਵਰਾਈਨ ਬਾਰਡਰ ਕ੍ਰਾਸਿੰਗਸ ਹੁੰਦੀਆਂ ਸੀ, ਜਦੋਂ ਉੱਥੇ ਸਖਤੀ ਕਰਤੀ ਹੁਣ ਡਰੋਨ ਸ਼ੁਰੂ ਕਰਤੇ। ਹੁਣ ਇੰਨੀ ਸਖਤੀ ਹੋ ਗਈ ਹੈ ਪੰਜਾਬ ਬਾਰਡਰ ਤੇ ਕਿ ਹੁਣ ਸੀ ਰੂਟ ਜ਼ਿਆਦਾ ਯੂਜ਼ ਹੋ ਰਿਹਾ। ਸੋ ਇਹ ਚੱਲਦਾ ਰਹੂਗਾ। ਉਹਨਾਂ ਨੇ ਆਪਣੇ ਹੱਥਕੰਡੇ ਚੇਂਜ ਕਰਨੇ, ਅਸੀਂ ਆਪਣੀ ਟੈਕਟਿਸ ਚੇਂਜ ਕਰਾਂਗੇ ਕਾਊਂਟਰ ਕਰਨ ਲਈ। ਸਰ ਅੱਜ ਤੱਕ ਕਿੰਨੇ ਡਰੋਨ ਸ਼ਾਰਟੇਜ ਹੋ ਚੁੱਕੇ ਹਨ ਸਰ? ਲਾਸਟ ਹੋਣਾ 2019 ਦੋਨੋਂ ਬਾਜਵਾ ਸਾਹਿਬਾਂ ਤੇ ਜਿਹੜੇ ਬਾਜਵਾ ਸਰ ਨੂੰ ਪ੍ਰੋਮੀਨੈਂਸ ਦੇ ਦੀ ਹੈ ਜੀ, 2019 ਉਹਨਾਂ ਦੀ ਸੁਣ ਲੈਂਦੇ ਜੀ ਪਹਿਲੇ। ਵੱਡਾ ਮੈਂ ਜੀ। आर्टिक्स वगैरह जब तुम जैसे कितनों पाकिस्तान को किस तरह है वो जम्मू वाला रूट भी क्योंकि ये बहुत बड़ा इम्पोर्टेंट क्योंकि कितने कितने यूज हो रहा है थोड़ा बहुत कितने आर्टिक्स में जल्दी कुछ भी है क्योंकि इधर पे ब्लास्ट के कर नहीं पाए थे कामयाब नहीं हो पाए लेकिन ये सब कितों आ रहा है बेसिकली देखो जी, मेजरली नहीं जी, नहीं बाजवा साहब, 95% RDX डिलीवरी इज स्टिल थ्रू पंजाब बॉर्डर। ਐਕਸਪਲੋਸਿਵ ਜਿਹੜਾ ਤੇ ਵੈਪਨ ਮੋਸਟਲੀ ਪੰਜਾਬ ਬਾਰਡਰ ਤੇ ਡਰੋਨਾਂ ਦੇ ਥਰੂ ਆਉਂਦਾ ਹੈ। ਹੈਰੋਇਨ ਜਿਹੜੀ ਹੈਗੀ ਉਹ ਜੰਮੂ ਬਾਰਡਰ ਤੋਂ ਸੀ ਰੂਟ ਤੋਂ ਆਉਂਦੀ। ਸੀ ਰੂਟ ਤੋਂ ਕਿਉਂਕਿ ਅਨਸੇਫ ਹੈ, ਇਹ ਵੱਡੇ ਕੰਟੇਨਰਾਂ ਦੇ ਵਿੱਚ ਆਉਂਦੇ ਆ ਜੀ। ਸੋ ਮੇਬੀ ਦੇ ਫੀਲ ਕਿ ਕਿਤੇ ਜੇ ਟਰੈਪ ਹੋ ਗਿਆ, ਕਿਸੇ ਹੋਰ ਨੇ ਵਰਤ ਲਏ। ਸੋ ਹਾਲੇ ਅਸਲੇ ਲਈ ਅਦਰਵਾਈਜ਼ ਰਿਕਵਰੀਜ਼ ਹੋਈਆਂ ਹੈ, ਸੀ ਰੂਟ ਤੋਂ ਵੀ ਅਸਲਾ ਆਇਆ ਹੈ, ਜੰਮੂ ਬਾਰਡਰ ਤੋਂ ਵੀ ਅਸਲਾ ਆਇਆ ਹੈ, ਬਟ ਅਦਰਵਾਈਜ਼ ਮੋਸਟਲੀ ਜਿਹੜੇ ਐਕਸਪਲੋਸਿਵਸ ਹੈਗੇ ਉਹ ਪੰਜਾਬ ਬਾਰਡਰ ਤੋਂ ਹੀ ਆਉਂਦੇ ਆ। ਟਾਰਗੇਟਡ ਉਹਨਾਂ ਦੇ ਡਰੋਨ ਡਿਲੀਵਰੀ ਜ਼ੋਨਸ ਹੈਗੇ, ਉੱਥੇ ਹੀ ਡਰੋਨ ਲੈਂਡ ਕਰਦੇ ਜੀ। ਸਰ ਕਿੰਨੇ ਡਰੋਨ ਹਾਂਜੀ ਬਾਜਵਾ ਸਾਹਿਬ, 19 ਕਿੰਨੇ ਡਰੋਨ ਸ਼ਾਰਟੇਜ ਹੈ, ਕਿੰਨੇ ਕਰ ਚੁੱਕੇ ਨੇ? जैसे एवरेज बहुत ज़्यादा जी। ਅਤੇ ਮਤਲਬ ਇਸ ਸਾਲ ਹੀ ਨਹੀਂ ਜੀ, ਇਸ ਸਾਲ ਹੀ ਜਿਹੜੇ ਮਤਲਬ ਮਾਈ ਫਿਗਰਸ ਮੇ ਬੀ ਆਊਟਡੇਟਡ, ਆਈ ਥਿੰਕ 125 ਦੇ ਕਰੀਬ ਡਰੋਨ ਸ਼ਾਰਟੇਜ ਆਈਆਂ, ਜਿਹੜੀ ਪਿਛਲੇ ਸਾਲ ਤੋਂ 1.5 ਗੁਣਾ ਜ਼ਿਆਦਾ ਹੈ। ਸੋ ਦੇਰ ਇਜ਼ ਅ ਇਨਕਰੀਜ਼ ਆਫ 50%। ਜੇ ਪਿਛਲੇ ਸਾਲ 80 ਦੇ ਕਰੀਬ ਆਈਆਂ ਹੋਣੀ, ਹੁਣ 120 123। ਅਦਰਵਾਈਜ਼ BSF ਨੇ ਵੀ ਕਾਫੀ ਜਿਹੜਾ ਆਪਣਾ ਟੈਕਨੀਕਲ ਸਿਸਟਮ ਕਾਫੀ, ਮੈਂ ਬਹੁਤ ਜ਼ਿਆਦਾ ਖੁੱਲ ਕੇ ਨਹੀਂ ਬੋਲ ਸਕਦਾ, ਤੇ ਮੈਨੀ ਡਰੋਨਸ ਹੈਵ ਬੀਨ ਨਿਊਟਰਲਾਈਜ਼ਡ ਆਲਸੋ। ਬਟ ਅਗੇਨ ਇਟਸ ਅ ਮਤਲਬ ਟੈਕਨੀਕਲ ਗੇਮ ਹੈਗੀ ਜੀ ਦੋਵੇਂ ਪਾਸੇ। ਇੱਕ ਗੈਂਗਵਾਰ ਦਾ ਅਲਰਟ ਹੈ ਔਰ ਨਾਲ ਕੁਝ ਟਾਰਗੇਟ ਕਿਲਿੰਗ ਦਾ ਵੀ ਅਲਰਟ ਆਇਆ ਸੈਂਟਰਲ ਏਜੰਸੀ ਦਾ ਸੀ ਕਿ ਗੈਂਗਵਾਰ ਆਸਟ੍ਰੇਲੀਆ ਪੰਜਾਬ ਦੇ ਵਿੱਚ। ਦੇਖੋ ਜੀ, ਅਸੀਂ ਨਿਰੰਤਰ ਜਿਹੜੇ ਦੋਵੇਂ ਫਰੰਟ ਤੇ ਅਸੀਂ ਟਾਰਗੇਟ ਹਾਰਡਨਿੰਗ ਵੀ ਕਰਦੇ ਪਏ ਹੈਗੇ, ਤੇ ਅਸੀਂ ਐਕਟਿਵਲੀ, ਜਿਸ ਤੇ ਅਸੀਂ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਕਿ ਪ੍ਰੋਐਕਟਿਵ ਤਰੀਕੇ ਨਾਲ ਇਹਨਾਂ ਦੇ ਮਗਰ ਪੈ ਕੇ, ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ ਸੀ ਕਿ ਜਿਵੇਂ ਬਾਨ ਸਾਹਿਬ ਦੀ ਟੀਮ ਜਿਹੜੀ ਹੈਗੀ ਦੇ ਕੋਆਰਡੀਨੇਟ, ਜਿਹੜਾ ਅਸੀਂ ਕੰਮ ਕੀਤਾ ਹੈ ਕਿ ਹਰ ਪੁਲਿਸ ਸਟੇਸ਼ਨ ਲੈਵਲ ਤੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ, UAPA ਦੇ ਵਿੱਚ ਜਾਂ ਗੈਂਗਸਟਰ ਦੇ ਕੇਸਿਸ, ਐਕਸਪਲੋਸਿਵ ਐਕਟ ਦੇ, ਐਕਸਟੋਰਸ਼ਨ ਦੇ ਕੇਸਿਸ, ਉਹਨਾਂ ਸਾਰਿਆਂ ਨੂੰ ਅਸੀਂ ਸ਼ਾਰਟਲਿਸਟ ਕਰਕੇ ਅਸੀਂ ਐਕਟੀਵੇਟ ਕਰ ਰਹੇ ਪੁਲਿਸ ਨੂੰ ਥਾਣੇ ਲੈਵਲ ਤੇ ਕਿ ਤੁਸੀਂ ਇਹਨਾਂ ਤੇ ਨਿਗਰਾਨੀ ਰੱਖੋ ਵੀ ਤੁਸੀਂ ਵੀ, ਕਿ ਜਿਹੜਾ ਗੈਂਗਸਟਰਸ ਤੇ ਕਾਬੂ ਕਰਨਾ ਇਹ ਜਿਹੜਾ ਹੈਗਾ ਇਹ ਹਰ SHO ਦਾ, ਹਰ ਪੁਲਿਸ ਅਫਸਰ ਦਾ ਕੰਮ ਹੈ। ਇਨਫੈਕਟ ਮੈਂ ਦੱਸਣਾ ਚਾਹਾਂਗਾ ਕਿ ਪਿੱਛੇ CM ਸਾਹਿਬ ਨੇ SSPs ਨਾਲ ਮੀਟਿੰਗ ਲਈ ਸੀ ਗਰੁੱਪਸ ਦੇ ਵਿੱਚ, ਸੋ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਵੀ ਸ਼ੁੱਡ ਫੋਲੋ ਬਾਟਮਸ ਅਪ ਅਪਰੋਚ ਐਂਡ ਟਾਪ ਡਾਊਨ ਅਪਰੋਚ ਬੋਥ। ਜਨਰਲੀ ਸਾਡਾ ਟਾਪ ਡਾਊਨ ਹੁੰਦਾ ਹੈ ਕਿ ਜੀ AGTF ਨੂੰ ਇਨਫੋਰਮੇਸ਼ਨ ਮਿਲੀ, ਇਹਨਾਂ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਰ ਲਿਆ। ਅਸੀਂ ਚਾਹੁੰਦੇ ਕਿ ਥੱਲੇ ਉਹ ਸਾਰਿਆਂ ਨੂੰ ਐਕਟੀਵੇਟ ਕਰੋ ਕਿ ਹਰ SHO ਐਮਪਾਵਰਡ ਫੀਲ ਕਰੇ, ਉਹ ਆਪਣੇ ਏਰੀਆ ਦੇ ਵਿੱਚ ਗੈਂਗਸਟਰਸ ਤੇ ਨਿਗਰਾਨੀ ਰੱਖੇ, ਸੋਰਸਿਸ ਬਣਾਏ, ਸੋ ਦੈਟ ਅਸੀਂ ਜੜ ਤੋਂ ਇਸ ਨੂੰ ਉਖਾੜ ਤਾਂ ਹੀ ਸਕਦੇ ਹਾਂ। ਜੇ ਸਾਰੀ ਪੁਲਿਸ ਐਕਟਿਵ ਹੋ ਕੇ ਪੰਜਾਬ ਪੁਲਿਸ ਇਸ ਤੇ ਪਏਗੀ। 6 ਦਿਨ ਦਾ ਰਿਮਾਂਡ ਮਿਲਿਆ ਜੀ। ਥੈਂਕ ਯੂ ਵੈਰੀ ਮਚ। ਆਈ ਰਿਕੁਐਸਟ ਟੂ ਜੁਆਇਨ ਫॉर ਅ ਕੱਪ ਆਫ ਟੀ ਪਲੀਜ਼।